ਵਿਸਾਖੀ ਦੀ ਸੰਗਰਾਂਦ ਨੂੰ ਸੰਗਤਾਂ ਦੂਰ ਦੂਰ ਤੋਂ ਬੜੇ ਉਤਸ਼ਾਹ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਪੁੱਜੀਆਂ। ਸਤਿਗੁਰ ਜੀ ਦਾ ਦੀਵਾਨ ਭਰਪੂਰ ਹੋ ਕੇ ਸਜ ਰਿਹਾ ਹੈ। ਸੰਗਤਾਂ ਆਉਂਦੀਆਂ ਹਨ, ਚਰਨਾਂ ਤੇ ਮੱਥਾ ਟੇਕ ਕੇ ਭੇਟਾ ਅਰਪਣ ਕਰਦੀਆਂ ਹਨ। ਇੱਕ ਸਿੱਖ ਤੇ ਸਿੱਖਣੀ ਨੇ ਆਣ ਬੜੇ ਪ੍ਰੇਮ ਨਾਲ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਸਾਨੂੰ ਇੱਕ ਪੁੱਤਰ ਬਖਸ਼ਿਆ ਹੈ। ਉਹ ਚੰਗੇ ਘਰ ਵਿਆਹਿਆ ਹੋਇਆ ਹੈ, ਪਰ ਕੁਝ ਮਸਤ ਜਿਹੀ ਹਾਲਤ ਵਿੱਚ ਰਹਿੰਦਾ ਹੈ, ਜਿਸ ਕਰਕੇ ਆਪਣੀ ਘਰਵਾਲੀ ਨਾਲ ਬੋਲਦਾ ਚਾਲਦਾ ਨਹੀਂ। ਅਸੀਂ ਬੜਾ ਸਮਝਾਉਂਦੇ ਹਾਂ, ਪਰ ਉਹ ਅੱਗੋਂ ਨਿਰਮੋਹੀਆਂ ਵਾਂਗ ਬੋਲਦਾ ਹੈ। ਕਹਿੰਦਾ ਹੈ ਮੈਂ ਫਕੀਰੀ ਧਾਰਨ ਕਰਕੇ ਬਾਹਰ ਨਿਕਲ ਜਾਣਾ ਹੈ। ਸਤਿਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਫਰਮਾਇਆ, ਹੁਣੇ ਹੀ ਉਸ ਨੂੰ ਸਾਡੇ ਪਾਸ ਲੈ ਆਓ। ਜਦ ਲੜਕੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਜੀ ਪਾਸ ਲੈ ਆਏ ਤਾਂ ਆਪ ਜੀ ਨੇ ਉਸ ਨੂੰ ਪੁੱਛਿਆ, ਭਾਈ ਤੇਰੇ ਮਾਤਾ ਪਿਤਾ ਕੀ ਕਹਿੰਦੇ ਹਨ? ਤੂੰ ਘਰ ਤੋਂ ਉਦਾਸ ਕਿਉਂ ਰਹਿੰਦਾ ਹੈ? ਤੇਰੀ ਅਜੇ 18 ਸਾਲ ਦੀ ਉਮਰ ਹੈ, ਤੈਨੂੰ ਹੁਣੇ ਜਵਾਨੀ ਵਿੱਚ ਵਿਰਾਗ ਕਿਵੇਂ ਲੱਗ ਗਿਆ? ਲੜਕੇ ਨੇ ਉੱਤਰ ਦਿੱਤਾ, ਜੀ ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਮੈਂ ਵੀ ਦੱਸਦਾ ਹਾਂ ਕਿ ਮੇਰਾ ਨਾਮ ਆਨੰਦ ਸਿੰਘ ਹੈ। ਮੈਂ ਤੁਹਾਡਾ ਸਿੱਖ ਹਾਂ। ਮੈਨੂੰ ਆਨੰਦ ਸਾਹਿਬ ਦੀ ਤੁਕ ਪੜ੍ਹ ਕੇ ਵਿਰਾਗ ਹੋ ਗਿਆ ਹੈ। ਇੱਥੋਂ ਮੈਨੂੰ ਇਹ ਸਮਝ ਪਈ ਹੈ ਕਿ ਸਭ ਸੰਬੰਧੀ ਝੂਠੇ ਹਨ, ਕੋਈ ਨਾਲ ਨਹੀਂ ਜਾਣਾ, ਨਾ ਕਿਸੇ ਨੇ ਅੰਤ ਸਮੇਂ ਸਹਾਈ ਹੋਣਾ ਹੈ। ਇਹਨਾਂ ਨਾਲ ਮੋਹ ਕਰਨਾ ਠੀਕ ਨਹੀਂ ਹੈ, ਅੰਤ ਨੂੰ ਪਛਤਾਉਣਾ ਪੈਂਦਾ ਹੈ। ਮੈਨੂੰ ਇਸ ਗੱਲ ਦੀ ਵਿਚਾਰ ਕਰਕੇ ਜਗਤ ਦਾ ਕੋਈ ਮੋਹ ਨਹੀਂ ਫੁਰਦਾ, ਸਭ ਖਾਣਾ ਹੱਸਣਾ ਸੌਣਾ ਭੁੱਲ ਗਿਆ ਹੈ। ਪਰ ਇਹ ਲੋਕ ਕਹਿੰਦੇ ਹਨ ਕਿ ਮੈਨੂੰ ਕਿਸੇ ਭੂਤ ਪ੍ਰੇਤ ਦਾ ਛਾਇਆ ਪੈ ਗਿਆ ਹੈ। ਸਤਿਗੁਰੂ ਜੀ ਨੇ ਆਨੰਦ ਸਿੰਘ ਦੇ ਮਾਤਾ ਪਿਤਾ ਨੂੰ ਕਿਹਾ ਕਿ ਇਸ ਨੂੰ ਕੋਈ ਛਾਇਆ ਰੋਗ ਨਹੀਂ ਹੈ, ਇਸ ਨੂੰ ਸਾਡੇ ਪਾਸ ਛੱਡ ਜਾਓ, ਇਸ ਨੂੰ ਅਸੀਂ ਠੀਕ ਕਰ ਲਵਾਂਗੇ। ਤੁਹਾਡੇ ਘਰ ਇੱਕ ਹੋਰ ਪੁੱਤਰ ਦੀ ਬਖਸ਼ਿਸ਼ ਹੋਵੇਗੀ, ਤੁਸੀਂ ਨਿਸ਼ਚਾ ਕਰਕੇ ਘਰ ਬੈਠੋ। ਜਦ ਆਨੰਦ ਸਿੰਘ ਦੇ ਮਾਤਾ ਪਿਤਾ ਆਪਣੇ ਘਰ ਨੂੰ ਚਲੇ ਗਏ ਤਾਂ ਗੁਰੂ ਜੀ ਨੇ ਉਸ ਨੂੰ ਸੱਦ ਕੇ ਆਖਿਆ ਕਿ ਆਨੰਦ ਸਿੰਘਾ, ਤੈਨੂੰ ਅਸੀਂ ਪੂਰਨ ਵੈਰਾਗੀ ਦੀ ਸਾਖੀ ਸੁਣਾਉਂਦੇ ਹਾਂ, ਫਿਰ ਗ੍ਰਹਿਸਤੀ ਦੀ ਸੁਣਾਵਾਂਗੇ। ਦੋਹਾਂ ਵਿੱਚੋਂ ਜਿਹੜਾ ਮਾਰਗ ਤੈਨੂੰ ਚੰਗਾ ਲੱਗੇ ਉਹ ਧਾਰਨ ਕਰ ਲਵੀਂ। ਇੱਕ ਤਪਸਵੀ ਕਿਸੇ ਪਿੰਡ ਦੇ ਨੇੜੇ ਕੁਟੀਆ ਵਿੱਚ ਬੈਠਾ ਤਪ ਕਰਦਾ ਸੀ, ਕਿਸੇ ਤੋਂ ਮੰਗਦਾ ਕੁਝ ਨਹੀਂ ਸੀ। ਉੱਥੇ ਬੈਠੇ ਨੂੰ ਹੀ ਜੋ ਕੁਝ ਖਾਣ ਪੀਣ ਨੂੰ ਕੋਈ ਦੇ ਜਾਂਦਾ ਸੀ, ਉਸ ਉੱਤੇ ਹੀ ਸੰਤੋਖ ਰੱਖਦਾ ਸੀ ਅਤੇ ਉਸ ਨੂੰ ਈਸ਼ਵਰ ਦਾ ਦਿੱਤਾ ਜਾਣ ਕੇ ਖਾਂਦਾ ਸੀ। ਇੱਕ ਵਾਰ 7 ਦਿਨ ਬੀਤ ਗਏ, ਪਰ ਕੁਝ ਖਾਣ ਪੀਣ ਵਾਸਤੇ ਉਸ ਨੂੰ ਪ੍ਰਾਪਤ ਨਾ ਹੋਇਆ। ਜਦ ਉਸ ਨੂੰ ਪ੍ਰਾਪਤ ਨਾ ਹੋਇਆ ਤਾਂ ਉਸਨੇ ਸੋਚਿਆ ਕਿ ਮੇਰੇ ਤੇ ਪ੍ਰਮਾਤਮਾ ਨੇ ਕ੍ਰੋਧ ਕੀਤਾ ਹੈ ਕਿ ਇਸ ਨੂੰ ਹੱਥ ਪੈਰ ਦਿੱਤੇ ਹਨ, ਪਰ ਇਹ ਆਪਣੇ ਪੇਟ ਪਾਲਣ ਵਾਸਤੇ ਵੀ ਉਦਮ ਨਹੀਂ ਕਰਦਾ। ਇਹ ਗੱਲ ਨਿਸ਼ਚੈ ਕਰਕੇ ਉਸਨੇ ਪਿੰਡ ਵਿੱਚੋਂ ਭਿੱਖਿਆ ਮੰਗ ਕੇ ਖਾਣ ਦਾ ਵਿਚਾਰ ਬਣਾਇਆ। ਫਿਰ ਉਸਨੇ ਵਿਚਾਰਿਆ ਕਿ ਗ੍ਰਹਿਸਤੀ ਦੇ ਘਰੋਂ ਸਾਧੂ ਭੇਸ ਤੋਂ ਬਿਨਾਂ ਮੰਗ ਕੇ ਖਾਣਾ ਠੀਕ ਨਹੀਂ ਹੈ। ਇਸ ਵਾਸਤੇ ਉਸਨੇ ਗਲ ਗੋਦੜੀ ਪਾ ਲਈ ਅਤੇ ਹੱਥ ਵਿੱਚ ਸੋਟੀ ਤੇ ਤੂੰਬਾ ਫੜ ਕੇ ਪਿੰਡ ਵਿੱਚ ਮੰਗਣਾ ਸ਼ੁਰੂ ਕੀਤਾ। ਜੈਸਾ ਕੋਈ ਭੋਜਨ ਜਾਂ ਦੁੱਧ ਆਦਿਕ ਦੇਵੇ ਉਹੀ ਲੈ ਲਵੇ, ਕਿਸੇ ਦੇ ਘਰ ਅੱਗੇ ਬਹੁਤਾ ਨਾ ਠਹਿਰੇ ਤੇ ਨਾ ਕਿਸੇ ਤੋਂ ਪਹਿਲਾਂ ਪੱਕਾ ਹੋਇਆ ਅੰਨ ਲਵੇ। ਇਸਤਰੀ ਅਤੇ ਬੱਚੇ ਦਾ ਹੱਥ ਆਪਣੇ ਹੱਥ ਜਾਂ ਸਰੀਰ ਨਾਲ ਛੂਹਣ ਨਾ ਦੇਵੇ। ਐਰੇ ਗੈਰੇ ਦੇ ਘਰੋਂ ਲੈ ਕੇ ਖਾਂਦਾ ਵੀ ਨਹੀਂ ਸੀ, ਕਿਉਂਕਿ ਸਿੱਖ ਅਤੇ ਸਾਧੂ ਨੂੰ ਸਭ ਕਿਸੇ ਦਾ ਘਰ ਦਾ, ਜਿਸ ਦੀ ਰਹਿਤ ਦਾ ਪਤਾ ਨਾ ਹੋਵੇ, ਜਿਸ ਦੇ ਗੁਰਮੰਤਰ ਦਾ ਪਤਾ ਨਾ ਹੋਵੇ, ਪੱਕਾ ਹੋਇਆ ਭੋਜਨ ਖਾਣ ਨਾਲ ਬਹੁਤ ਘਾਟਾ ਪੈਂਦਾ ਹੈ। ਉਸ ਨੂੰ ਹਰੀ ਚਰਨਾਂ ਦੀ ਪ੍ਰੀਤੀ ਭੁੱਲ ਜਾਂਦੀ ਹੈ। ਇਹ ਗੱਲਾਂ ਵਿਚਾਰ ਕੇ ਤਪਸਵੀ ਨਗਰ ਵਿੱਚ ਮੰਗਣ ਗਿਆ। ਅੱਗੇ ਇੱਕ ਸ਼ਾਹੂਕਾਰ ਦੇ ਘਰ ਬੜਾ ਭਾਰਾ ਜੱਗ ਲੱਗਾ ਹੋਇਆ ਸੀ। ਭੋਜਨ ਖਾਣ ਵਾਲਿਆਂ ਦੀ ਬੜੀ ਭੀੜ ਸੀ ਅਤੇ ਲੋਕਾਂ ਨੂੰ ਫੜ ਫੜ ਕੇ ਸ਼ਾਹੂਕਾਰ ਦੇ ਬੰਦੇ ਭੋਜਨ ਜ਼ੋਰੋ ਜ਼ੋਰੀ ਛਕਾਉਂਦੇ ਸਨ। ਤਪਸਵੀ ਉੱਥੇ ਜਾ ਕੇ ਦਰਵਾਜ਼ੇ ਅੱਗੇ ਖੜਾ ਹੋ ਗਿਆ, ਪਰ ਉਸ ਨੂੰ ਕਿਸੇ ਨੇ ਸਵੇਰ ਤੋਂ ਸ਼ਾਮ ਤੱਕ ਖੜੇ ਨੂੰ ਰੋਟੀ ਨਾ ਦਿੱਤੀ। ਜਦ ਰਾਤ ਪੈ ਗਈ ਤਾਂ ਤਪਸਵੀ ਵਾਪਸ ਆਪਣੀ ਕੁਟੀਆ ਵਿੱਚ ਆ ਗਿਆ। ਜਦ ਅੱਧੀ ਰਾਤ ਹੋਈ ਤਾਂ ਦੇਵਤਿਆਂ ਦੇ ਭਿਆਨਕ ਦੂਤ ਹੱਥਾਂ ਵਿੱਚ ਜਗ ਦੀਆਂ ਮਸਾਲਾਂ ਲੈ ਕੇ ਆਏ। ਤਪਸਵੀ ਨੂੰ ਕਹਿਣ ਲੱਗੇ, ਸਾਨੂੰ ਤੇਰੇ ਪਾਸ ਦੇਵਤਿਆਂ ਨੇ ਭੇਜਿਆ ਹੈ। ਮਹਾਰਾਜ ਦਾ ਹੁਕਮ ਹੋਇਆ ਹੈ ਕਿ ਪਿੰਡ ਦੇ ਉਸ ਸ਼ਾਹੂਕਾਰ ਦਾ ਘਰ ਸਾੜ ਦਿਓ, ਜਿਸ ਘਰ ਤੋਂ ਸੰਤ ਭੁੱਖੇ ਹੀ ਵਾਪਸ ਆਏ ਹਨ, ਅਤੇ ਜਿਸ ਘਰ ਕਿਸੇ ਨੇ ਸੰਤਾਂ ਨੂੰ ਸਤਿਕਾਰ ਨਾਲ ਬੁਲਾਇਆ ਵੀ ਨਹੀਂ, ਉਹ ਉਜਾੜਨ ਯੋਗ ਹੈ। ਹੁਣ ਚਲੋ ਸਾਡੇ ਅੱਗੇ ਚੱਲ ਕੇ ਸਾਨੂੰ ਉਸ ਸ਼ਾਹੂਕਾਰ ਦਾ ਘਰ ਵਿਖਾਵੋ। ਤਪਸਵੀ ਮਹਾਤਮਾ ਨੇ ਕਿਹਾ, ਇੱਕ ਮੁਆਤਾ ਮੈਨੂੰ ਫੜਾ ਦਿਓ। ਜਦ ਦੂਤਾਂ ਨੇ ਇੱਕ ਮੁਆਤਾ ਤਪਸਵੀ ਨੂੰ ਫੜਾਇਆ ਤਾਂ ਉਸ ਨਾਲ ਦੂਤਾਂ ਨੂੰ ਹੀ ਸਾੜਨ ਲੱਗਾ। ਜਦ ਦੂਤਾਂ ਨੇ ਪੁੱਛਿਆ ਕਿ ਸਾਨੂੰ ਕਿਉਂ ਸਾੜਦੇ ਹੋ, ਤਾਂ ਮਹਾਤਮਾ ਨੇ ਕਿਹਾ,
ਜਿਸ ਪ੍ਰਭੂ ਨੇ ਤੁਹਾਨੂੰ ਸ਼ਾਹੂਕਾਰ ਦਾ ਘਰ ਸਾੜਨ ਵਾਸਤੇ ਭੇਜਿਆ ਹੈ, ਉਹ ਜੇ ਚਾਹੁੰਦਾ ਤਾਂ ਸ਼ਾਹੂਕਾਰ ਦਾ ਮਨ ਨਹੀਂ ਸੀ ਪ੍ਰੇਰ ਸਕਦਾ। ਇਸ ਵਾਸਤੇ ਸ਼ਾਹੂਕਾਰ ਦਾ ਕੋਈ ਦੋਸ਼ ਨਹੀਂ ਹੈ, ਇਹ ਮੇਰੇ ਆਪਣੇ ਭਾਗਾਂ ਦਾ ਦੋਸ਼ ਹੈ, ਜਿਸ ਅਨੁਸਾਰ ਪ੍ਰਭੂ ਨੇ ਸ਼ਾਹੂਕਾਰਾਂ ਨੂੰ ਪ੍ਰੇਰਨਾ ਕਰਕੇ ਮੈਨੂੰ ਭੋਜਨ ਨਹੀਂ ਦਿਵਾਇਆ। ਦੂਤਾਂ ਨੇ ਜਾ ਕੇ ਜਦ ਇਹ ਵਾਰਤਾ ਪ੍ਰਭੂ ਜੀ ਨੂੰ ਦੱਸੀ ਤਾਂ ਉਹਨਾਂ ਨੇ ਪ੍ਰਸੰਨ ਹੋ ਕੇ ਤਪਸਵੀ ਮਹਾਤਮਾ ਨੂੰ ਬਬਾਨ ਵਿੱਚ ਮੰਗਵਾ ਕੇ ਆਪਣੇ ਸੱਚਖੰਡ ਵਿੱਚ ਵਾਸ ਦੇ ਦਿੱਤਾ। ਸਤਿਗੁਰੂ ਜੀ ਨੇ ਫਰਮਾਇਆ, ਭਾਈ ਆਨੰਦ ਸਿੰਘ, ਜੇ ਤੇਰੀ ਇੱਛਾ ਵਿਕ੍ਰਿਤੀ ਬਣਨ ਦੀ ਹੈ ਤਾਂ ਐਸਾ ਬਣ ਜੈਸਾ ਕਿ ਤਪਸਵੀ ਬਣਿਆ ਸੀ। ਵਿਕ੍ਰਿਤੀ ਬਣ ਕੇ ਫੇਰ ਤੈਨੂੰ ਕੋਈ ਲੋਭ, ਲਾਲਚ, ਤ੍ਰਿਸ਼ਨਾ ਇਸ ਮਾਰਗ ਤੋਂ ਹਟਾ ਨਾ ਸਕੇ। ਦੂਸਰਾ ਰਾਸਤਾ ਗ੍ਰਹਿਸਥ ਦਾ ਹੈ, ਜੇ ਤੂੰ ਇਸ ਨੂੰ ਧਾਰਨ ਹੋਵੇਂ ਤਾਂ ਉਹ ਵੀ ਚੰਗੀ ਤਰ੍ਹਾਂ ਸੁਣ ਲੈ। ਭਾਈ ਆਨੰਦ ਸਿੰਘਾ, ਜੇ ਗ੍ਰਹਿਸਥ ਧਰਮ ਧਾਰਨ ਕਰਨਾ ਹੋਵੇ ਤਾਂ ਐਸਾ ਕਰੀਏ ਜੈਸਾ ਕਿ ਇੱਕ ਕਬੂਤਰ ਤੇ ਕਬੂਤਰੀ ਦੇ ਜੋੜੇ ਨੇ ਕੀਤਾ ਸੀ। ਜੰਗਲ ਵਿੱਚ ਇੱਕ ਸੰਘਣੀ ਛਾਂ ਵਾਲੇ ਬ੍ਰਿਛ ਉੱਤੇ ਕਬੂਤਰ ਅਤੇ ਕਬੂਤਰੀ ਆਲਣਾ ਬਣਾ ਕੇ ਸੁੱਖ ਨਾਲ ਰਹਿੰਦੇ ਸਨ। ਆਪਣੇ ਬੱਚੇ ਪੈਦਾ ਕਰਕੇ ਉਹਨਾਂ ਦੀ ਪਾਲਣਾ ਕਰਦੇ ਸਨ। ਇੱਕ ਦਿਨ ਕਿਸੇ ਸ਼ਿਕਾਰੀ ਨੂੰ ਉਸ ਜੰਗਲ ਵਿੱਚ ਕੋਈ ਸ਼ਿਕਾਰ ਨਾ ਮਿਲਿਆ। ਮੀਂਹ ਤੇ ਠੰਡੀ ਹਵਾ ਵਿੱਚ ਉਹ ਸ਼ਿਕਾਰ ਵਾਸਤੇ ਫਿਰਦਾ ਫਿਰਦਾ ਥੱਕ ਗਿਆ। ਉਸ ਨੂੰ ਉੱਥੇ ਹੀ ਰਾਤ ਪੈ ਗਈ। ਉਹ ਰਾਹ ਭੁੱਲ ਗਿਆ। ਰਾਤ ਕੱਟਣ ਵਾਸਤੇ ਪਿਆਸਾ ਠੰਡ ਨਾਲ ਕੰਬਦਾ ਹੋਇਆ ਉਸ ਬ੍ਰਿਛ ਦੇ ਮੁੱਢ ਨਾਲ ਬੈਠ ਗਿਆ। ਕਬੂਤਰ ਨੇ ਉਸ ਦੀ ਇਹ ਦਸ਼ਾ ਵੇਖ ਕੇ ਕਬੂਤਰੀ ਨੂੰ ਆਖਿਆ, ਹੇ ਭਾਗਵਾਨੇ, ਅਸੀਂ ਗ੍ਰਹਿਸਥੀ ਪੰਛੀ ਹਾਂ। ਸਾਡੇ ਘਰ ਇਹ ਮਨੁੱਖ ਅਭਿਆਗਤ ਬਣ ਕੇ ਠਹਿਰਿਆ ਹੈ। ਗ੍ਰਹਿਸਥੀ ਦਾ ਧਰਮ ਹੈ ਕਿ ਘਰ ਆਏ ਅਭਿਆਗਤ ਨੂੰ ਭੋਜਨ ਅਤੇ ਵਿਸ਼ਰਾਮ ਦੇਵੇ। ਇਸ ਕਰਕੇ ਸਾਨੂੰ ਪਹਿਲਾਂ ਇਸ ਦੀ ਸੀਤ ਦੂਰ ਕਰਨੀ ਚਾਹੀਦੀ ਹੈ। ਇਹ ਆ ਕੇ ਉਹ ਕਬੂਤਰ ਇੱਕ ਅੱਗ ਤੋਂ ਅੱਗ ਦੀ ਮਿੰਗਣ ਚੁੰਝ ਵਿੱਚ ਫੜ ਕੇ ਲੈ ਆਇਆ ਅਤੇ ਸ਼ਿਕਾਰੀ ਦੇ ਪਾਸ ਸੁੱਟ ਦਿੱਤੀ। ਉੱਤੋਂ ਆਪਣੇ ਆਲਣੇ ਦੇ ਸੁੱਕੇ ਕੱਖ ਉਸ ਨੂੰ ਅੱਗ ਬਾਲਣ ਵਾਸਤੇ ਡੇਗ ਦਿੱਤੇ, ਜਿਸ ਨੂੰ ਵੇਖ ਕੇ ਸ਼ਿਕਾਰੀ ਨੇ ਅੱਗ ਭਖਾ ਲਈ ਅਤੇ ਹੋਰ ਲੱਕੜਾਂ ਇਕੱਠੀਆਂ ਕਰਕੇ ਅੱਗ ਦਾ ਭਾਂਬੜ ਬਾਲ ਕੇ ਸਰੀਰ ਦਾ ਪਾਲਾ ਲਾਇਆ। ਫਿਰ ਕਬੂਤਰੀ ਨੂੰ ਆਖਿਆ, ਹੇ ਘਰ ਵਾਲੀ, ਤੂੰ ਆਪਣੇ ਬੱਚਿਆਂ ਦੀ ਪਾਲਣਾ ਕਰ ਤੇ ਮੈਂ ਇਸ ਮਨੁੱਖ ਦੇ ਭੋਜਨ ਵਾਸਤੇ ਆਪਣਾ ਸਰੀਰ ਅਰਪਣ ਕਰਦਾ ਹਾਂ। ਕਬੂਤਰੀ ਨੇ ਕਿਹਾ, ਇਹ ਮੇਰਾ ਇਸਤਰੀ ਦਾ ਧਰਮ ਹੈ, ਮੈਂ ਇਸ ਨੂੰ ਆਪਣੇ ਸਰੀਰ ਦਾ ਭੋਜਨ ਦਿੰਦੀ ਹਾਂ। ਨਾਰੀ ਨਰਕ ਸਰੀਰ ਹੈ, ਬਿਨਾ ਪੁਰਖ ਕੇ ਕਾਮ, ਸਤ ਗਤ ਦਾਤਾ ਪੁਰਖ ਹੈ, ਅਵਰ ਨ ਦਾਤਾ ਰਾਮ। ਕਬੂਤਰੀ ਨੇ ਕਿਹਾ, ਹੇ ਪਤੀ ਦੇਵ, ਪਤੀ ਤੋਂ ਬਿਨਾ ਇਸਤਰੀ ਕਿਸ ਕੰਮ ਹੈ? ਇਸਤਰੀ ਦੀ ਗਤ ਕਰਨ ਵਾਲਾ ਪਰਮਾਤਮਾ ਹੈ, ਇਸ ਕਰਕੇ ਤੁਹਾਡੇ ਤੋਂ ਬਿਨਾ ਮੇਰਾ ਜੀਵਨ ਕਿਸੇ ਕੰਮ ਨਹੀਂ ਹੈ। ਕਬੂਤਰ ਬੋਲਿਆ, ਪੁਰਖ ਕਹਿਓ ਕਰ ਤ੍ਰੀ ਬਿਨਾ ਸੂਨਾ ਰਹੇ ਦੁਆਰ, ਪੁਰਖ ਬਾਹਰ ਹੀ ਸੂਰਮਾ ਅੰਤਰ ਘਰ ਕੇ ਖਾਰ। ਹੇ ਭਾਗਵਾਨੇ, ਇਸਤਰੀ ਤੋਂ ਬਿਨਾ ਘਰ-ਬਾਰ ਸੁੰਨਾ ਰਹਿੰਦਾ ਹੈ। ਮਨੁੱਖ ਬਾਹਰ ਹੀ ਸੂਰਮਾ ਹੈ, ਘਰ ਦੇ ਕੰਮਾਂ ਵਿੱਚ ਉਹ ਖੁਆਰ ਹੁੰਦਾ ਹੈ। ਸਤਿਗੁਰੂ ਜੀ ਨੇ ਫਰਮਾਇਆ, ਹੇ ਨੀਂਗਰਾ, ਭਾਈ ਆਨੰਦ ਸਿੰਘਾ, ਪਤੀ ਕਬੂਤਰ ਦੇ ਇਹ ਗੱਲਾਂ ਕਰਦਿਆਂ ਹੀ ਕਬੂਤਰੀ ਸ਼ਿਕਾਰੀ ਦੀ ਅੱਗ ਵਿੱਚ ਡਿੱਗ ਪਈ, ਜਿਸ ਨੂੰ ਉਸਨੇ ਭੁੰਨ ਕੇ ਖਾ ਲਿਆ। ਫੇਰ ਕਬੂਤਰ ਨੇ ਸੋਚਿਆ ਕਿ ਇਹ 3 ਸੇਰ ਅੰਨ ਖਾਣ ਵਾਲਾ ਮਨੁੱਖ ਇਸ ਥੋੜੇ ਜਿਹੇ ਮਾਸ ਨਾਲ ਰੱਜਿਆ ਨਹੀਂ ਹੈ, ਅਜੇ ਬਹੁਤ ਭੁੱਖਾ ਹੈ। ਜਿਹੜਾ ਦਾਤਾ ਭੋਜਨ ਦੇ ਕੇ ਅਤਿਥੀ ਨੂੰ ਅੱਧਾ ਭੁੱਖਾ ਰੱਖਦਾ ਹੈ, ਉਹ ਧਰਮ ਗ੍ਰੰਥਾਂ ਅਨੁਸਾਰ ਨਰਕਾਂ ਦਾ ਅਧਿਕਾਰੀ ਹੁੰਦਾ ਹੈ। ਇਹ ਵਿਚਾਰ ਕਰਕੇ ਕਬੂਤਰ ਆਪਣੇ ਬੱਚਿਆਂ ਦਾ ਮੋਹ ਤਿਆਗ ਕੇ ਅੱਗ ਵਿੱਚ ਡਿੱਗ ਪਿਆ। ਸ਼ਿਕਾਰੀ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਇਹਨਾਂ ਦੋਹਾਂ ਪੰਛੀਆਂ ਨੇ ਮੇਰੀ ਖਾਤਰ ਪ੍ਰਾਣ ਦਿੱਤੇ ਹਨ। ਮੈਂ ਪਾਪੀ ਹਾਂ, ਮੇਰੇ ਪਾਸੋਂ ਇਹ ਬੜਾ ਵੱਡਾ ਪਾਪ ਹੋਇਆ ਹੈ। ਮੈਂ ਇਸ ਪਾਪ ਦੇ ਪ੍ਰਾਸ਼ਚਿਤ ਵਾਸਤੇ ਤਪ ਕਰਾਂਗਾ। ਅਤੇ ਇਹ ਕਹਿੰਦਾ ਹੋਇਆ ਸ਼ਿਕਾਰੀ ਬਹੁਤ ਰੋਇਆ। ਕਬੂਤਰ ਤੇ ਕਬੂਤਰੀ ਨੂੰ ਪ੍ਰਮਾਤਮਾ ਨੇ ਬਿਬਾਨ ਭੇਜ ਕੇ ਆਪਣੇ ਹਜ਼ੂਰ ਸੱਦ ਲਿਆ। ਇਹ ਵਾਰਤਾ ਸੁਣ ਕੇ ਗੁਰੂ ਜੀ ਨੇ ਆਖਿਆ, ਭਾਈ ਆਨੰਦ ਸਿੰਘ, ਇਹ ਗ੍ਰਹਿਸਥ ਮਾਰਗ ਦਾ ਰਸਤਾ ਹੈ। ਤੈਨੂੰ ਦੋਹਾਂ ਵਿਰਾਗ ਅਤੇ ਗ੍ਰਹਿਸਥ ਵਿੱਚੋਂ ਕਿਹੜਾ ਪਸੰਦ ਹੈ? ਗ੍ਰਹਿਸਥੀ ਅਤੇ ਸਾਧ ਵੀ ਅਨੇਕਾਂ ਹਨ, ਪਰ ਪੂਰਾ ਕੋਈ ਹੀ ਉਤਰਦਾ ਹੈ। ਗ੍ਰਹਿਸਥ ਧਾਰਨਾ ਹੋਵੇ ਤੇ ਧਰਮ ਕਰਨਾ ਚਾਹੀਦਾ ਹੈ, ਪਰ ਜੇ ਧਰਮ ਨਹੀਂ ਕਰ ਸਕਦਾ ਤਾਂ ਵਿਰਾਗ ਧਾਰਨ ਕਰੇ। ਪਰ ਜਿਹੜਾ ਵਿਰਾਗੀ ਹੋ ਕੇ ਫਿਰ ਸੰਸਾਰੀ ਧੰਦੇ ਕਰਦਾ ਹੈ, ਉਹ ਬੜੇ ਖੋਟੇ ਭਾਗਾਂ ਵਾਲਾ ਹੈ। ਭਗਤਾਂ ਵਿੱਚੋਂ ਕਬੀਰ ਭਗਤ ਜੀ ਵੱਡੇ ਭਗਤ ਹੋਏ ਹਨ, ਜਿਸ ਨੇ ਗ੍ਰਹਿਸਥ ਮਾਰਗ ਨੂੰ ਸਿੱਧ ਕਰਕੇ ਵਿਖਾ ਦਿੱਤਾ ਅਤੇ ਗ੍ਰਹਿਸਥ ਵਿੱਚ ਵਿਰਾਗ ਵੀ ਚੋਟੀ ਦਾ ਕਰਕੇ ਦੱਸ ਦਿੱਤਾ। ਸਤਿਗੁਰੂ ਜੀ ਪਾਸੋਂ ਇਹ ਨਿਰਣਾ ਸੁਣ ਕੇ ਭਾਈ ਆਨੰਦ ਸਿੰਘ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਜੀ, ਮੈਂ ਹੁਣ ਤੁਹਾਡਾ ਬਚਨ ਮੰਨ ਲਿਆ ਹੈ। ਮੈਨੂੰ ਗ੍ਰਹਿਸਥੀ ਬਣਨਾ ਠੀਕ ਹੈ। ਮਨ ਨੂੰ ਵਿਕ੍ਰਿਤ ਕਰਨ ਨਾਲ ਮੇਰੇ ਸਰੀਰ ਦੇ ਅੰਗ ਸਿੱਥਲ ਹੋ ਗਏ ਹਨ ਅਤੇ ਆਲਸ ਵੱਧ ਗਿਆ ਹੈ।
ਮੇਰੇ ਪਾਸੋਂ ਜਿਤਨੀ ਹੋ ਸਕੇਗੀ ਤੁਹਾਡੇ ਪਾਸ ਰਹਿ ਕੇ ਸਿੱਖਾਂ ਦੀ ਸੇਵਾ ਕਰਿਆ ਕਰਾਂਗਾ। ਸਤਿਗੁਰੂ ਜੀ ਨੇ ਫਰਮਾਇਆ, ਹਾਂ ਤੂੰ ਸਾਧ ਸੰਗਤ ਦੀ ਸੇਵਾ ਕਰਿਆ ਕਰ, ਤੇਰੇ ਘਰ ਕੋਈ ਕਾਰਜ ਨਹੀਂ ਥੋੜੇਗਾ। ਪਿਛਲੇ ਜਨਮ ਵਿੱਚ ਤੂੰ ਸਾਡੇ ਘੋੜੇ ਦੀ ਸੇਵਾ ਕਰਦਾ ਹੁੰਦਾ ਸੀ। ਇੱਕ ਰਾਤ ਅਸਾਂ ਤੈਨੂੰ ਆਖਿਆ ਕਿ ਘੋੜੇ ਦੀ ਚੰਗੀ ਤਰ੍ਹਾਂ ਦਾਣੇ ਪੱਠੇ ਦੀ ਸਫਾਈ ਰੱਖਿਆ ਕਰ, ਜਿਸ ਨੂੰ ਘੋੜੇ ਪ੍ਰਸੰਨ ਹੋ ਕੇ ਖਾਣ। ਤੂੰ ਸਾਡਾ ਬਚਨ ਸੁਣ ਕੇ ਝੂਠ ਹੀ ਆਖ ਦਿੱਤਾ ਕਿ ਘਾਹ ਦਾਣਾ ਘੋੜਿਆਂ ਨੂੰ ਬਹੁਤ ਪਾ ਦਿੱਤਾ ਹੈ। ਜਦ ਸਾਨੂੰ ਪਤਾ ਲੱਗਾ ਕਿ ਇਹ ਤੂੰ ਝੂਠ ਆਖਿਆ ਹੈ ਤਾਂ ਅਸਾਂ ਤੈਨੂੰ ਬਚਨ ਕੀਤਾ ਕਿ ਦਲਿਦਰੀਆ, ਤੂੰ ਘਰ ਦਾ ਕੰਮ ਕਿਸ ਤਰ੍ਹਾਂ ਨਿਭਾਏਂਗਾ ਜਦ ਤੂੰ ਸਾਡੇ ਅੱਗੇ ਝੂਠ ਬੋਲ ਕੇ ਘੋੜੇ ਦੇ ਪਾਸ ਹੁੰਦਾ ਹੋਇਆ ਵੀ ਉਸ ਦੀ ਸੁੱਧ ਨਹੀਂ ਲੈ ਸਕਿਆ। ਇਸ ਤਰ੍ਹਾਂ ਸਾਡਾ ਬਚਨ ਹੋਇਆ ਸੁਣ ਕੇ ਤੂੰ ਰੂਹ ਕਰਕੇ ਬੇਨਤੀ ਕੀਤੀ ਕਿ ਤੁਹਾਡਾ ਬਿਰਧ ਗਰੀਬ ਨਵਾਜ਼ ਹੈ, ਮੇਰੀ ਭੁੱਲ ਬਖਸ਼ ਦਿਓ। ਅਸੀਂ ਤੇਰੇ ਉੱਤੇ ਦਇਆ ਕਰਕੇ ਤੈਨੂੰ ਬਚਨ ਦਿੱਤਾ ਸੀ ਕਿ ਜਦ ਅਸੀਂ ਧਰਮ ਦੀ ਮਰਿਆਦਾ ਰੱਖਣ ਵਾਸਤੇ ਅਵਤਾਰ ਧਾਰਾਂਗੇ ਤਾਂ ਤੂੰ ਸਾਡਾ ਸਿੱਖ ਹੋ ਕੇ ਆਵੇਂਗਾ, ਤਦ ਤੇਰਾ ਉਦਾਰ ਕਰਾਂਗੇ। ਸੋ ਹੁਣ ਤੂੰ ਸਰੀਰ ਧਾਰ ਕੇ ਸਾਡੇ ਪਾਸ ਆ ਗਿਆ ਹੈ, ਅਸੀਂ ਤੈਨੂੰ ਹਰ ਤਰ੍ਹਾਂ ਨਿਭਾਵਾਂਗੇ। ਤੂੰ ਆਪਣੀ ਇਸਤਰੀ ਲਿਆ ਕੇ ਘਰ ਵਿੱਚ ਵਸ, ਨਿਸ਼ਚੇ ਨਾਲ ਸੰਗਤ ਦੀ ਸੇਵਾ ਕਰਿਆ ਕਰ, ਤੇਰੇ ਸਾਰੇ ਵਿਘਨ ਮਿਟ ਜਾਣਗੇ। ਆਨੰਦ ਸਿੰਘ ਨੇ ਆਪਣਾ ਸਾਰਾ ਪ੍ਰਸੰਗ ਗੁਰੂ ਜੀ ਦੀ ਬਖਸ਼ਿਸ਼ ਹੋਈ ਸੁਣ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੀ ਇਸਤਰੀ ਸਹਿਤ ਆਪ ਜੀ ਪਾਸ ਰਹਿ ਕੇ ਸਾਧ ਸੰਗਤ ਦੀ ਸੇਵਾ ਕਰਕੇ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਪਰਮ ਗਤ ਨੂੰ ਪ੍ਰਾਪਤ ਹੋ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।